वाहिगुरु जी का खालसा वाहिगुरु जी की फतेह। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत, जिनके भाग बड़े हैं भाई तन साधु संग मुख जुरे। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜ ਕੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸਤਿਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸ ਕੇ ਰੱਬੀ ਬਾਣੀ ਤੁਰਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਸਾਨੂੰ ਸਾਰਿਆਂ ਨੂੰ ਕਿਰਤਾਰਥ ਕਰਦਿਆਂ ਸਾਡੇ ਭਲੇ ਨਿਮਿਤ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਅੱਜ ਦਾ ਇਹ ਪਵਿੱਤਰ ਸ਼ਬਦ ਮਹਾਰਾਜ ਭਗਤ ਨਾਮਦੇਵ ਜੀ ਨੇ ਆਪਣੇ ਮੁਬਾਰਕ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਭਗਤ ਨਾਮਦੇਵ ਜੀ ਦੇ ਗੁਰੂ ਸਨ ਗਿਆਨਦੇਵ ਜੀ। ਉਹਨਾਂ ਪਾਸ ਬੈਠਿਆਂ ਜੋ ਚਰਚਾ ਹੋਈ ਕਿ ਸ੍ਰਿਸ਼ਟੀ ਦੀ ਰਚਨਾ ਇਹ ਸੰਸਾਰ ਦੀ ਉਤਪਤੀ ਕਿਵੇਂ ਹੋਈ ਹੈ, ਉਹਦੇ ਕਈ ਪ੍ਰਕਾਰ ਧਰਮ ਗ੍ਰੰਥਾਂ ਵਿੱਚ ਲਿਖੇ ਨੇ। ਸੰਸਾਰ ਦੀ ਰਚਨਾ ਦੇ 300 ਤੋਂ ਵੱਧ ਪ੍ਰਕਾਰ ਤਰੀਕੇ, ਕਿਸੇ ਆਖਿਆ ਇੰਜ ਪੈਦਾ ਹੋਇਆ ਸੰਸਾਰ, ਕਿਸੇ ਆਖਿਆ ਇਉਂ ਪੈਦਾ ਹੋਇਆ। 300 ਤੋਂ ਵੀ ਵੱਧ ਤਰੀਕੇ ਪ੍ਰਕਾਰ ਜਿਹੜੇ ਨੇ ਸ੍ਰਿਸ਼ਟੀ ਦੀ ਰਚਨਾ ਦੇ ਸੰਸਾਰ ਦੀ ਉਤਪਤੀ ਦੇ ਲਿਖੇ ਮਿਲਦੇ। ਸਾਇੰਸ ਵਾਲਿਆਂ ਨੇ ਕੁਝ ਆਪਣੀ ਥਿਊਰੀ ਦਿੱਤੀ ਹੈ ਵੀ ਇਸ ਤਰੀਕੇ ਨਾਲ ਸੰਸਾਰ ਦੀ ਉਤਪਤੀ ਹੋਈ ਹੈ। ਵਿਚਾਰ ਕਰਦੇ ਹੈ ਵੀ ਸਭ ਤੋਂ ਪਹਿਲਾਂ ਮਨੁੱਖ ਦੀ ਉਤਪਤੀ ਕਿੱਥੇ ਹੋਈ ਹੋਵੇਗੀ, ਮਾਨਵੀ ਜੀਵਨ ਦੀ ਰਚਨਾ ਸਭ ਤੋਂ ਪਹਿਲਾਂ ਕਿੱਥੇ ਰਚੀ ਗਈ ਹੋਵੇਗੀ। ਕਿਸੇ ਆਖਿਆ ਕਿ ਮਨੁੱਖ ਦੇ ਸਰੀਰ ਦੇ ਉੱਤੇ ਕੇਸ ਨਹੀਂ ਹਨ। ਇਉਂ ਪ੍ਰਤੀਤ ਹੁੰਦਾ ਵੀ ਮਨੁੱਖ ਦੇ ਸਰੀਰ ਦੀ ਰਚਨਾ ਕਿਸੇ ਦੱਖਣੀ ਇਲਾਕੇ ਵਿੱਚ ਹੋਈ ਹੈ ਜਿੱਥੇ ਸਦਾ ਗਰਮੀ ਪੈਂਦੀ ਹੈ। ਪਰ ਦੂਸਰੇ ਸਾਇੰਸਦਾਨ ਨੇ ਆਖਿਆ ਵੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਉਹ ਕਹਿੰਦਾ ਮਨੁੱਖ ਦੀ ਉਤਪਤੀ ਜਾਪਦਾ ਹੈ ਚਾਈਨਾ ਵਿੱਚ ਹੋਈ ਹੈ, ਕਿਉਂਕਿ ਸਭ ਤੋਂ ਵੱਧ ਪੁਰਾਣੇ ਨਰ ਕੰਕਾਲ ਜਿਹੜੇ ਜ਼ਮੀਨ ਚੋਂ ਪ੍ਰਾਪਤ ਹੋਏ ਹੈ, ਹਜ਼ਾਰਾਂ ਸਾਲ ਪੁਰਾਣੇ, ਉਹ ਚਾਈਨਾ ਚੋਂ ਪ੍ਰਾਪਤ ਹੋਏ। ਕਿਸੇ ਨੇ ਕੋਈ ਅੰਦਾਜ਼ਾ ਲਾਇਆ, ਕਿਸੇ ਨੇ ਕੋਈ ਅੰਦਾਜ਼ਾ ਲਾਇਆ ਇਹ ਸ੍ਰਿਸ਼ਟੀ ਦੀ ਰਚਨਾ ਬਾਰੇ। ਕੋਈ ਕਹਿੰਦਾ ਪਹਿਲਾਂ ਧਰਤੀ ਬਣੀ, ਕੋਈ ਕਹਿੰਦਾ ਜਾਲੀ ਜਲ ਸੀ, ਬਾਅਦ ਵਿੱਚ ਸੂਰਜ ਨਾਲੋਂ ਕੁਝ ਟੁਕੜੇ ਟੁੱਟ ਕੇ ਜ਼ਮੀਨ ਤੇ ਡਿੱਗੇ, ਸ਼ਾਂਤ ਹੋਏ ਤੇ ਉਹ ਧਰਤੀ ਬਣੀ। ਇਉਂ ਵੱਖੋ ਵੱਖਰੇ ਪ੍ਰਕਾਰ ਦੱਸਦੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਕਰਤਾ ਪੁਰਖ ਵਿਧਾਤੇ ਨੇ ਇਸ ਸ੍ਰਿਸ਼ਟੀ ਦੀ ਰਚਨਾ ਜਿਸ ਨੇ ਕੀਤੀ ਉਹੀ ਜਾਣਦਾ ਹੈ ਕਿਵੇਂ ਬਣਾਇਆ, ਸਭ ਤੋਂ ਪਹਿਲਾਂ ਕੀ ਉਤਪੰਨ ਹੋਇਆ ਹੋਵੇਗਾ। ਭਗਤ ਨਾਮਦੇਵ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਜੋ ਵੱਖੋ ਵੱਖਰੇ ਪ੍ਰਕਾਰ ਦੱਸੇ ਜਾਂਦੇ ਨੇ ਸ੍ਰਿਸ਼ਟੀ ਦੀ ਰਚਨਾ ਦੇ,
ਉਹਨਾਂ ਵਿੱਚੋਂ ਕੁਝ ਪਹਿਲਾਂ ਪੁਰਾਣਕ ਮਤ ਅਨੁਸਾਰ ਦੱਸ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਸਤਿਗੁਰਾਂ ਦੇ ਚਰਨਾਂ ਵਿੱਚ ਸੁਰਤੀ ਬਿਰਤੀ ਜੋੜਨ ਵਾਸਤੇ ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀਏ ਪੁੰਡਰਕ ਬਨਾ। ਮਹਾਰਾਜ ਭਗਤ ਨਾਮਦੇਵ ਜੀ ਫਰਮਾਉਂਦੇ ਹੈ, ਪਹਿਲਾਂ ਪੁਰੀਏ ਪੁਰੀਏ ਨਾਮ ਹੈ ਪੂਰਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ। ਪੁਰਾਣਕ ਮਤ ਏਦਾਂ ਵੀ ਕਹਿੰਦਾ ਹੈ, ਜਿਵੇਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਈ ਥਾਵਾਂ ਤੇ ਇਹਦਾ ਜ਼ਿਕਰ ਕੀਤਾ ਹੈ ਕਿ ਨਾਭ ਕਮਲ ਤੇ ਬ੍ਰਹਮਾ ਉਪਜੇ, ਕਿ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪੂਰਨ ਪਰਮੇਸ਼ਰ ਤੋਂ ਪੁੰਡਰਕ ਕਹਿੰਦੇ ਆ ਕਮਲ ਦੇ ਫੁੱਲ ਨੂੰ, ਕਿ ਕਮਲ ਦਾ ਫੁੱਲ ਬਣਿਆ, ਕਮਲ ਦੇ ਫੁੱਲ ਦੀ ਉਤਪਤੀ ਹੋਈ। ਤਾਚੇ ਹੰਸਾ ਸਗਲੇ ਜਨਾ। ਔਰ ਫਿਰ ਉਸ ਕਮਲ ਦੇ ਫੁੱਲ ਤੋਂ ਹੰਸਾ, ਹੰਸ ਦੀ ਸਵਾਰੀ ਕਰਨ ਵਾਲੇ ਬ੍ਰਹਮਾ ਜੀ ਉਤਪੰਨ ਹੋਏ। ਕਮਲ ਦੇ ਫੁੱਲ ਤੋਂ ਬ੍ਰਹਮਾ ਦੀ ਉਤਪਤੀ ਹੋਈ। ਨਾਭ ਕਮਲ ਤੇ ਬ੍ਰਹਮਾ ਉਪਜੇ। ਪੂਰਨ ਪਰਮੇਸ਼ਰ ਦੇ ਤੋਂ ਕਹਿੰਦੇ ਕਮਲ ਦਾ ਫੁੱਲ ਬਣਿਆ, ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਉਤਪੰਨ ਹੋਏ ਤੇ ਬ੍ਰਹਮਾ ਜੀ ਨੇ ਸਗਲੇ ਜਨਾਂ ਸੰਸਾਰ ਦੇ ਸਮਸਤ ਜੀਵਾਂ ਦੀ ਉਤਪਤੀ ਕੀਤੀ, ਸ੍ਰਿਸ਼ਟੀ ਦੀ ਰਚਨਾ ਕੀਤੀ, ਸੰਸਾਰ ਦੀ ਘਾੜਤ ਘੜੀ। ਪਰ ਸਿਧਾਂਤ ਇਹ ਹੈ ਕਿ ਬ੍ਰਹਮਾ ਜੀ ਜੋ ਸ੍ਰਿਸ਼ਟੀ ਦੀ ਰਚਨਾ ਰਚ ਰਹੇ ਨੇ ਉਹ ਆਪਣੀ ਸ਼ਕਤੀ ਨਾਲ ਨਹੀਂ, ਉਹਨਾਂ ਵਿੱਚ ਜਿਹੜੀ ਚੇਤਨਾ ਕੰਮ ਕਰ ਰਹੀ ਹੈ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ, ਕਲਾ ਅਕਾਲ ਪੁਰਖ ਦੀ ਵਰਤ ਰਹੀ ਹੈ। ਕਿਉਂਕਿ ਆਪਣੇ ਆਪ ਤਾਂ ਇਹ ਵੀ ਕੁਝ ਨਹੀਂ ਕਰ ਸਕਦੇ। ਇਹਨਾਂ ਵਿੱਚ ਚੇਤਨਾ ਤਾਂ ਪਰਮੇਸ਼ਰ ਦੀ, ਅਕਾਲ ਪੁਰਖ ਜੀ ਜਿਵੇਂ ਇਹਨਾਂ ਨੂੰ ਪ੍ਰੇਰਦੇ ਆ ਤਿਵੇਂ ਕਰਦੇ ਹਨ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਕਿਉਂਕਿ ਰਜੋਗੁਣ ਸੰਸਾਰ ਨੂੰ ਪੈਦਾ ਕਰਦਾ। ਬ੍ਰਹਮਾ ਜੀ ਰਜੋਗੁਣ ਪ੍ਰਧਾਨ ਹਨ। ਤੋ ਸਾਰੇ ਸੰਸਾਰ ਦੀ ਉਤਪਤੀ, ਸ੍ਰਿਸ਼ਟੀ ਦੀ ਰਚਨਾ ਫਿਰ ਅੱਗੋਂ ਬ੍ਰਹਮਾ ਜੀ ਨੇ ਕੀਤੀ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਲੈ ਕੇ, ਨਿਰੰਕਾਰ ਦੀ ਚੇਤਨਾ ਤੋਂ ਵਰਤ ਕੇ। ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ। ਕ੍ਰਿਸ਼ਨਾ ਕਹਿੰਦੇ ਜਿਹੜਾ ਕਦੇ ਕ੍ਰਿਸ਼ਨਾ ਹੋਵੇ, ਸਦਾ ਰਹਿਣ ਵਾਲਾ, ਉਹ ਹੈ ਅਕਾਲ ਪੁਰਖ ਪਰਮੇਸ਼ਰ। ਕ੍ਰਿਸ਼ਨਾ ਦਾ ਇੱਥੇ ਮਤਲਬ ਹੈ ਜਿਹੜਾ ਕ੍ਰਿਸ਼ ਨਹੀਂ ਹੁੰਦਾ। ਹਰ ਸ਼ੈ ਕ੍ਰਿਸ਼ ਹੁੰਦੀ ਹੈ। ਕ੍ਰਿਸ਼ ਕਹਿੰਦੇ ਨੇ ਖਤਮ ਹੋਣ ਨੂੰ, ਨਸ਼ਟ ਹੋਣ ਨੂੰ। ਜਿਹੜਾ ਕਦੇ ਨਸ਼ਟ ਨਹੀਂ ਹੁੰਦਾ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹਨੂੰ ਕਿਹਾ ਕ੍ਰਿਸ਼ਨਾ, ਅਕਾਲ ਪੁਰਖ। ਉਸ ਕ੍ਰਿਸ਼ਨਾ ਤੋਂ, ਅਕਾਲ ਪੁਰਖ ਤੋਂ ਜਾਣਾਉ, ਉਹਦੇ ਤੋਂ ਹੀ ਇਹ ਸਾਰਾ ਕੁਝ ਜਾਣਿਆ ਜਾਂਦਾ, ਉਸੇ ਦੀ ਚੇਤਨਾ ਕਰਕੇ। ਨਾਚੰਤੀ ਨਾਚਨਾ, ਇਹ ਜਿਤਨੇ ਜੀਵ ਜੰਤੂ ਨੇ, ਇਹਨਾਂ ਦੇ ਵਿੱਚ ਜਿਹੜੀ ਚੇਤਨਾ ਹੈ ਉਸ ਅਕਾਲ ਪੁਰਖ ਪਰਮੇਸ਼ਰ ਦੀ ਚੇਤਨਾ ਹੈ, ਉਸੇ ਦੀ ਚੇਤਨਾ ਕਰਕੇ ਇਹ ਸਾਰੇ ਚੇਸ਼ਟਾ ਕਰ ਰਹੇ ਨੇ। ਜਿਤਨੇ ਵੀ ਜੀਵ ਜੰਤ ਨੇ ਸਭ ਉਸ ਅਕਾਲ ਪੁਰਖ ਪਰਮੇਸ਼ਰ ਦੀ ਚੇਤਨਾ ਕਰਕੇ ਚੇਸ਼ਟਾ ਕਰ ਰਹੇ ਨੇ। ਹਾਂਜੀ। ਪਹਿਲ ਪੁਰਸਾ ਬਿਰਾ। ਗੁਰਬਾਣੀ ਦਾ ਸਿਧਾਂਤ ਹੈ ਕਿ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਸ਼ਬਦ ਪੈਦਾ ਹੋਇਆ। ਜਦੋਂ ਉਹਨੇ ਕਿਹਾ ਇੱਕ ਓੰਕਾਰ, ਤਾਂ ਇੱਕ ਓੰਕਾਰ ਕਹਿੰਦਿਆਂ ਸ੍ਰਿਸ਼ਟੀ ਦੀ ਰਚਨਾ ਹੋਈ, ਸੰਸਾਰ ਦੀ ਰਚਨਾ ਹੋਈ। ਇਹ ਸਾਰਾ ਸੰਸਾਰ ਉਹਦੇ ਤੋਂ ਪੈਦਾ ਹੋਇਆ। ਪਹਿਲ ਪੁਰਸਾ ਬਿਰਾ, ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਪੈਦਾ ਹੋਈ। ਉਸ ਤੋਂ ਬਾਅਦ ਹਾਂਜੀ
ਆਥੋਨ ਪੁਰਸਾ ਦਮਰਾ ਜੀਵਾਂ ਨੂੰ ਦੱਬ ਲੈਣ ਵਾਲੀ ਮਾਇਆ ਪੈਦਾ ਹੋਈ ਤੇ ਮਾਇਆ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਅਕਾਲ ਪੁਰਖ ਦਾ ਫੁਰਨਾ ਹੀ ਅਕਾਲ ਪੁਰਖ ਦੀ ਮਾਇਆ ਹੈ। ਜਦੋਂ ਉਹਨੇ ਫੁਰਨਾ ਕੀਤਾ ਮੈਂ ਇੱਕ ਤੋਂ ਬਹੁ ਰੂਪ ਹੋਵਾਂ, ਇਸ ਫੁਰਨੇ ਤੋਂ ਜੀਵਾਂ ਨੂੰ ਪੈਦਾ ਕਰਨ ਵਾਲੀ ਜਿਹੜੀ ਮਾਇਆ ਹੈ ਉਹ ਪੈਦਾ ਹੋਈ ਔਰ ਮਾਇਆ ਨੇ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਅਕਾਲ ਪੁਰਖ ਦੀ ਚੇਤਨਾ ਲੈ ਕੇ। ਦੂਸਰਾ ਨਿਰਵਿਰਤੀ ਮਾਰਗ ਦੱਸਦੇ ਨੇ। ਪਹਿਲਾਂ ਸੰਸਾਰ ਦੀ ਉਤਪਤੀ ਦੱਸ ਦਿੱਤੀ ਹੈ ਕਿ ਸੰਸਾਰ ਇਉਂ ਪੈਦਾ ਹੋਇਆ ਜਾਣੋ, ਹੁਣ ਇਹਦੀ ਨਿਰਵਿਰਤੀ ਕਿਵੇਂ ਹੋਵੇ। ਗੁਰਮੁਖ ਪਰ ਵਿਰਤ ਨਿਰਵਿਰਤ ਪਛਾਣੈ। ਜਿਹੜਾ ਗੁਰਮੁਖ ਹੈ ਉਹ ਪਰਵਿਰਤੀ ਨੂੰ ਵੀ ਪਛਾਣਦਾ ਹੈ ਕਿ ਗ੍ਰਸਤੀ ਮਾਰਗ ਵਿੱਚ ਰਹਿੰਦਿਆਂ ਪਰਵਿਰਤੀ ਵਿੱਚ ਵਿਚਰਦਿਆਂ ਕਿਵੇਂ ਵਿਚਰਨਾ, ਪਰ ਪਰਵਿਰਤੀ ਵਿੱਚ ਰਹਿੰਦਿਆਂ ਨਿਰਵਿਰਤੀ ਕੀ ਆ ਇਹ ਵੀ ਗੁਰਮੁਖ ਬੁੱਝਦਾ, ਇਹ ਵੀ ਜਾਣਦਾ। ਆਮ ਕਰਕੇ ਜਿਨ੍ਹਾਂ ਨੇ ਨਿਰਵਿਰਤੀ ਮਾਰਗ ਗ੍ਰਹਿਣ ਕੀਤਾ ਉਹ ਘਰ ਛੱਡ ਕੇ ਚਲੇ ਗਏ, ਜੰਗਲਾਂ ਵਿੱਚ ਚਲੇ ਗਏ, ਬਨਵਾਸੀ ਹੋਏ, ਕਹਿੰਦੇ ਅਸੀਂ ਨਿਰਵਿਰਤੀ ਮਾਰਗ ਗ੍ਰਹਿਣ ਕਰ ਲਿਆ। ਜਿਹੜੇ ਪਰਵਿਰਤ ਮਾਰਗ ਵਿੱਚ ਸਨ ਉਹ ਗ੍ਰਸਤ ਵਿੱਚ ਹੀ ਰਹੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖਾਂ ਨੂੰ ਪਰਵਿਰਤੀ ਵਿੱਚ ਰਹਿੰਦਿਆਂ ਨਿਰਵਿਰਤੀ ਦੇ ਮਾਰਗ ਤੇ ਕਿਵੇਂ ਚੱਲਣਾ ਪਾਤਸ਼ਾਹ ਨੇ ਉਹ ਸਿਧਾਂਤ ਸਾਨੂੰ ਦ੍ਰਿੜ ਕਰਾਇਆ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਕਿ ਘਰ ਨੂੰ ਹੀ ਜੰਗਲ ਰੂਪ ਸਮਝ ਕੇ ਮਨ ਚ ਉਪਰਾਮ ਭਾਵ ਧਾਰਨ ਕਰਕੇ ਵਿਚਰਨਾ ਇਹ ਗੁਰਮੁਖ ਦਾ ਨਿਰਵਿਰਤੀ ਮਾਰਗ ਹੈ। ਜਦੋਂ ਨਿਰਵਿਰਤੀ ਮਾਰਗ ਆਉਂਦਾ ਉਦੋਂ ਕੀ ਹੁੰਦਾ, ਪਹਿਲ ਪੁਰਸਾ ਬਿਰਾ। ਪਹਿਲ ਪੁਰਸਾ ਬਿਰਾ, ਬਿਰਾ ਕਹਿੰਦੇ ਨੇ ਵੈਰਾਗ ਨੂੰ। ਸਭ ਤੋਂ ਪਹਿਲਾਂ ਗੁਰਮੁਖ ਦੇ ਹਿਰਦੇ ਵਿੱਚ ਬਿਰਾ ਨਾਮ ਹੈ, ਵੈਰਾਗ ਪੈਦਾ ਹੁੰਦਾ ਹੈ। ਇਹ ਵੈਰਾਗ ਸੰਪੰਨ ਹੁੰਦਾ ਹੈ, ਵੈਰਾਗ ਦੇ ਸਹਿਤ ਹੁੰਦਾ ਹੈ, ਨਿਰਚਾਵਾਨ ਹੋ ਜਾਣਾ। ਵੈਰਾਗ ਕਿਸ ਨੂੰ ਕਹਿੰਦੇ ਨੇ? ਅੱਖਾਂ ਚੋਂ ਨੀਰ ਵਹਾਈ ਜਾਣਾ, ਕੇਵਲ ਇਸੇ ਨੂੰ ਵੈਰਾਗ ਨਹੀਂ ਕਹਿੰਦੇ। ਇਹ ਵੈਰਾਗ ਦਾ ਇੱਕ ਚਿਹਨ ਹੋ ਸਕਦਾ, ਨਿਸ਼ਾਨੀ ਹੋ ਸਕਦੀ ਹੈ ਕਿ ਉਹਦੇ ਪ੍ਰੇਮ ਦੇ ਰੰਗ ਵਿੱਚ ਭਿੱਜਿਆ ਕਿਤੇ ਨੇਤਰ ਸਜਲ ਹੋ ਜਾਣ, ਪਰ ਇਹੀ ਵੈਰਾਗ ਨਹੀਂ। ਵੈਰਾਗ ਦਾ ਮਤਲਬ ਹੁੰਦਾ ਜਦੋਂ ਕਿਸੇ ਵਸਤੂ ਨਾਲ, ਕਿਸੇ ਪਦਾਰਥ ਨਾਲ ਕੋਈ ਪਕੜ ਨਾ ਰਹੇ, ਨਿਰਚਾਵਾਨ ਹੋ ਜਾਣਾ। ਕੋਈ ਖਵਾਹਿਸ਼, ਕੋਈ ਚਾਹਨਾ, ਕੋਈ ਇੱਛਾ ਹਿਰਦੇ 'ਚ ਨਾ ਹੋਣੀ, ਉਹਨੂੰ ਕਹਿੰਦੇ ਆ ਵੈਰਾਗ। ਪਹਿਲ ਪੁਰਸਾ ਬਿਰਾ, ਸਭ ਤੋਂ ਪਹਿਲਾਂ ਜੀਵ ਦੇ ਹਿਰਦੇ ਵਿੱਚ ਬਿਰਾ ਨਾਮ ਹੈ ਵੈਰਾਗ ਦਾ, ਵੈਰਾਗ ਉਤਪੰਨ ਹੁੰਦਾ ਹੈ। ਹਾਂਜੀ। ਆਥੋਨ ਪੁਰਸਾ ਦਮਰਾ, ਜਦੋਂ ਵੈਰਾਗ ਉਤਪੰਨ ਹੁੰਦਾ ਹੈ ਤਾਂ ਫਿਰ ਇਸ ਜੀਵ ਦੇ ਅੰਦਰ ਅਥੋਨ, ਅਥੋਨ ਦਾ ਮਤਲਬ ਫੇਰ ਅਥਵਾ ਪੁਰਸ਼ਾ ਜੀਵ ਪੁਰਖ ਆਪਣੀਆਂ ਇੰਦਰੀਆਂ ਦਾ ਦਮਨ ਕਰਦਾ ਹੈ। ਪੁਰਸਾ ਦਮਰਾ, ਦਮਰਾ ਕਹਿੰਦੇ ਦਮਨ ਕਰਨ ਨੂੰ। ਦਮਨ ਕਿਹਨੂੰ ਕਹਿੰਦੇ ਨੇ? ਰੋਕਣਾ, ਇੰਦਰੀਆਂ ਤੇ ਕੰਟਰੋਲ ਕਰਨਾ, ਇੰਦਰੀਆਂ ਤੇ ਕਾਬੂ ਕਰਨਾ। ਕਿਉਂਕਿ ਇੰਦਰੀਆਂ ਤੇ ਕਾਬੂ ਤਦੇ ਹੋਵੇਗਾ ਜੇ ਮਨ 'ਚ ਵਿਰਾਗ ਹੋਵੇਗਾ। ਤੁਸੀਂ ਇੰਦਰੀਆਂ ਤੇ ਕਾਬੂ ਕਰੀ ਜਾਓ, ਮਨ 'ਚ ਵਿਰਾਗ ਨਹੀਂ ਹੋਵੇਗਾ, ਇੰਦਰੀਆਂ ਫਿਰ ਭੱਜਣਗੀਆਂ ਉਸ ਪਾਸੇ। ਫਿਰ ਤਾਂ ਉਹ ਗੱਲ ਹੋਵੇਗੀ ਕਿ ਖੁੱਡ ਦੇ ਉੱਤੇ ਡਾਂਗਾ ਮਾਰ ਰਹੇ ਆ, ਸੱਪ ਅੰਦਰ ਬੈਠਾ ਹੈ, ਉਹਦਾ ਕੀ ਵਿਗੜਦਾ? ਜੇ ਮਨ 'ਚ ਵਿਰਾਗ ਨਹੀਂ, ਕੱਲਾ ਇੰਦਰੀਆਂ ਨੂੰ ਰੋਕਣ ਦਾ ਯਤਨ ਕਰ ਰਹੇ ਆ, ਫਿਰ ਗੱਲ ਨਹੀਂ ਬਣਨੀ। ਪਹਿਲਾਂ ਹਿਰਦੇ 'ਚ ਵਿਰਾਗ ਹੋਵੇ, ਫਿਰ ਇੰਦਰੀਆਂ ਦਾ ਦਮਨ ਹੋਵੇ। ਅੱਖਾਂ ਨੂੰ, ਕੰਨਾਂ ਨੂੰ, ਨਾਸਕਾਂ ਨੂੰ, ਹੱਥਾਂ ਪੈਰਾਂ ਨੂੰ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਕਾਬੂ ਕਰਨਾ, ਇਹਨਾਂ ਨੂੰ ਕੰਟਰੋਲ ਵਿੱਚ ਰੱਖਣਾ, ਇਹਨੂੰ ਕਹਿੰਦੇ ਨੇ ਪੁਰਸਾ ਦਮਰਾ, ਇੰਦਰੀਆਂ ਦਾ ਦਮਨ ਕਰਨਾ। ਕੰਨਾਂ ਤੋਂ ਕਿਸੇ ਦੀ ਨਿੰਦਾ ਚੁਗਲੀ ਨਹੀਂ ਸੁਣਨੀ,
ਇਹਨਾਂ ਕੰਨਾਂ ਨਾਲ, ਜਿਵੇਂ ਕੱਲ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹੇ ਹੈ ਨਾ ਵੀ ਇਹ ਸੱਚੇ ਸੁਣਨੇ ਨੂੰ ਭੇਜੇ ਨੇ ਅਕਾਲ ਪੁਰਖ ਨੇ, ਸੱਚ ਸੁਣਨ ਵਾਸਤੇ ਲਾਏ ਨੇ ਸਾਨੂੰ। ਨੇਤਰਾਂ ਨਾਲ ਹਰੀ ਅਕਾਲ ਪੁਰਖ ਦੇ ਸਵਰੂਪ ਨੂੰ ਵੇਖਣਾ ਔਰ ਰਸਨਾ ਨਾਲ ਨਿਰੰਕਾਰ ਪਰਮੇਸ਼ਰ ਦਾ ਜਸ ਕਰਨਾ ਤੇ ਉਹਦੇ ਨਾਮ ਦੇ ਰਸ ਨੂੰ ਚਖਣਾ। ਹੱਥਾਂ ਨਾਲ ਸੇਵਾ ਕਰਨੀ, ਪੈਰਾਂ ਨਾਲ ਚੱਲ ਕੇ ਗੁਰੂ ਧਾਮਾਂ ਦੀ ਯਾਤਰਾ ਕਰਨੀ। ਇਹ ਖਾਲਸਾ ਜੀ ਇੰਦਰੀਆਂ ਦਾ ਦਮਨ ਕਰਨਾ ਹੈ, ਇੰਦਰੀਆਂ ਨੂੰ ਕਾਬੂ ਕਰਨਾ। ਇਹ ਸਾਧਨਾ ਹੈ, ਇਹ ਅਭਿਆਸ ਹੈ। ਜੇ ਕਿਤੇ ਨੇਤਰਾਂ ਨਾਲ ਤੱਕਦਿਆਂ ਮਨ ਵਿਭਚਾਰੀ ਹੁੰਦਾ ਤਾਂ ਨੇਤਰ ਨੀਵੇਂ ਕਰ ਲੈਣੇ। ਜੇ ਕੰਨਾਂ ਨਾਲ ਸੁਣਦਿਆਂ ਕੁਝ ਇਹੋ ਜਿਹੇ ਬਚਨ, ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਬਾਤ ਮਨ ਵਿਭਚਾਰੀ ਹੁੰਦਾ, ਵਿਚਲਿਤ ਹੁੰਦਾ ਤਾਂ ਉਸ ਨੂੰ ਸੁਣਨ ਤੋਂ ਰੋਕ ਲੈਣਾ। ਰਸਨਾ ਨਾਲ ਕੋਈ ਇਹੋ ਜਿਹੇ ਬੋਲ ਬੋਲਦਿਆਂ ਜੇ ਕਿਤੇ ਮਨ ਵਿਚਲਿਤ ਹੁੰਦਾ ਤਾਂ ਉਹਨਾਂ ਬੋਲਾਂ ਨੂੰ ਕਾਬੂ ਕਰ ਲੈਣਾ। ਕੋਈ ਇਹੋ ਜਿਹਾ ਪਦਾਰਥ ਖਾਂਦਿਆਂ ਜਿਹਦੇ ਨਾਲ ਮਨ ਤੇ ਪ੍ਰਭਾਵ ਪੈਂਦਾ ਹੋਵੇ ਉਹਨੂੰ ਨਾ ਖਾਣਾ। ਰਸਨਾ ਤੇ ਜ਼ੁਬਾਨ ਤੇ ਕੰਟਰੋਲ ਕਰ ਲੈਣਾ। ਇਹਨੂੰ ਕਹਿੰਦੇ ਇੰਦਰੀਆਂ ਦਾ ਦਮਨ ਕਰਨਾ। ਪਾਤਸ਼ਾਹ ਕਹਿੰਦੇ ਪਵਿੱਤਰਤਾ ਕੀ ਹੈ ਇੰਦਰੀਆਂ ਦੀ? ਗੁਰਦੇਵ ਕਹਿੰਦੇ ਅੱਖੀ ਸੂਤਕ ਵੇਖਣਾ, ਪਰ ਤ੍ਰੈ ਪਰ ਧਨ ਰੂਪ। ਇਹਨਾਂ ਨੇਤਰਾਂ ਨਾਲ ਪਰਾਏ ਤਨ ਤੇ ਪਰਾਏ ਧਨ ਨੂੰ ਤੱਕ ਕੇ ਮਨ 'ਚ ਵਿਵਚਾਰ ਭਾਵ ਰੱਖਣਾ, ਇਹ ਨੇਤਰਾਂ ਦੀ ਅਪਵਿੱਤਰਤਾ ਹੈ। ਇਹ ਅੱਖਾਂ ਦੀ ਸੂਤਕਪੁਣਾ, ਸੂਤਕ ਕਹਿੰਦੇ ਨੇ ਪਵਿੱਤਰਤਾ ਨੂੰ। ਕੰਨਾਂ ਦੇ ਨਾਲ ਸੂਤਕ ਕੀ ਹੈ? ਕਿਸੇ ਦੀ ਲਾਇਤਬਾਰੀ ਸੁਣਨੀ, ਚੁਗਲੀ ਸੁਣਨੀ, ਨਿੰਦਾ ਸੁਣਨੀ, ਇਹ ਕੰਨਾਂ ਦੀ ਅਪਵਿੱਤਰਤਾ ਹੈ। ਕਿਉਂ ਆਪਣਾ ਸਮਾਂ ਜਾਈ ਕਰੀਏ ਕਿਸੇ ਦੀਆਂ ਗੱਲਾਂ ਸੁਣ ਕੇ? ਕਿ ਸਾਡਾ ਸਮਾਂ ਇਤਨਾ ਨਕੰਮਾ ਹੈ ਕਿ ਕਿਸੇ ਨਕੰਮੇ ਬੰਦੇ ਦੀ ਚੁਗਲੀ ਸੁਣ ਕੇ ਅਸੀਂ ਆਪਣਾ ਸਮਾਂ ਜਾਈ ਬਤੀਤ ਕਰੀਏ? ਕਿ ਇਹ ਸਮਾਂ ਸਾਨੂੰ ਇਤਨਾ ਹੀ ਸਸਤਾ ਪ੍ਰਾਪਤ ਹੋਇਆ? ਨਿਰੰਕਾਰ ਵਿਧਾਤੇ ਨੇ ਇੱਕ ਇੱਕ ਸਵਾਸ ਬੜਾ ਕੀਮਤੀ ਹੋ ਕੇ ਸਾਨੂੰ ਪ੍ਰਦਾਨ ਕੀਤਾ ਹੈ। ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਨਹੀਂ ਆਉਂਦਾ। ਆਪਣੇ ਸਮੇਂ ਦੀ ਕਦਰ ਨੂੰ ਪਹਿਚਾਣੀਏ, ਮਾੜੇ ਭੈੜੇ ਕੰਮਾਂ ਵਿੱਚ ਆਪਣੇ ਸਮੇਂ ਨੂੰ ਅਜਾਈ ਨਾ ਕਰੀਏ। ਇਹੋ ਜਿਹੇ ਸਾਧਨ ਗੁਰਮੁਖ ਕਰਦੇ ਹੈ। ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਤੇ ਕੰਟਰੋਲ ਕਰਨਾ। ਅਥੋਨ ਪੁਰਸਾ ਦਮਰਾ, ਆਪਣੀਆਂ ਇੰਦਰੀਆਂ ਦਾ ਦਮਨ ਕਰਕੇ ਕਾਬੂ ਕਰਕੇ ਰੱਖਣਾ। ਆਸਗਾ ਆਸ ਉਸਗਾ, ਇਹ ਜਾਣਨਾ ਕਿ ਇਸ ਜੀਵ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੀ ਅਕਸ਼ ਹੈ। ਜਾਂ ਜਿਹੜੀ ਮਾਇਆ ਸੰਸਾਰ ਨੂੰ ਪੈਦਾ ਕਰ ਰਹੀ ਹੈ, ਉਸ ਮਾਇਆ ਵਿੱਚ ਉਸ ਪਰਮਾਤਮਾ ਦਾ ਹੀ ਅਕਸ਼ ਹੈ। ਆਸਗਾ ਆਸ ਉਸਗਾ, ਆਸ ਨਾਮ ਅਕਸ਼, ਉਸੇ ਦਾ ਅਕਸ਼ ਹੈ ਜੋ ਬ੍ਰਹਮ ਹੈ। ਮਾਇਆ ਜੜ ਸੀ, ਮਾਇਆ ਆਪਣੇ ਆਪ ਤਾਂ ਕੁਝ ਨਹੀਂ ਕਰ ਸਕਦੀ। ਜਿਵੇਂ ਲੋਹੇ ਦਾ ਟੁਕੜਾ ਹੁੰਦਾ, ਜੜ ਹੈ, ਪਰ ਉਹਨੂੰ ਤੁਸੀਂ ਅੱਗ 'ਚ ਰੱਖ ਦਿਓ। ਅੱਗ 'ਚ ਰੱਖਣ ਨਾਲ ਉਸ ਲੋਹੇ ਦੇ ਟੁਕੜੇ 'ਚ ਤਿੰਨ ਸ਼ਕਤੀਆਂ ਪੈਦਾ ਹੁੰਦੀਆਂ। ਇੱਕ ਹੈ ਸਾੜਨ ਦੀ ਸ਼ਕਤੀ, ਦੂਜੀ ਆ ਉਹਦੇ 'ਚ ਸੇਕ ਨਿਕਲਦਾ, ਗਰਮੈਸ਼ ਨਿਕਲਦੀ ਹੈ, ਤੀਜੀ ਆ ਉਹ ਲਾਲ ਸੁਰਖ ਹੋ ਜਾਂਦਾ, ਪ੍ਰਕਾਸ਼ ਕਰਨ ਲੱਗ ਪੈਂਦਾ। ਜੇ ਅੱਗ ਤੋਂ ਵੱਖਰਾ ਕਰ ਦਿਓ ਫਿਰ ਉਹਦੇ 'ਚ ਤਿੰਨ ਸ਼ਕਤੀਆਂ ਹੁੰਦੀਆਂ ਨਹੀਂ ਹੁੰਦੀਆਂ। ਅੱਗ ਦੇ ਨਾਲ ਮਿਲਿਆ ਰਵੇ ਤਾਂ ਤਿੰਨੇ ਸ਼ਕਤੀਆਂ ਉਹਦੇ ਵਿੱਚ ਹੁੰਦੀਆਂ। ਏਦਾਂ ਇਹ ਮਾਇਆ ਲੋਹੇ ਦੇ ਟੁਕੜੇ ਵਾਂਗੂ ਜੜ ਹੈ, ਕੁਝ ਨਹੀਂ ਕਰ ਸਕਦੀ। ਪਰ ਜਦੋਂ ਪਰਮਾਤਮਾ ਦੀ ਚੇਤਨਾ ਦਾ ਅਕਸ਼ ਇਹਦੇ ਵਿੱਚ ਪੈਂਦਾ ਤਾਂ ਇਸ ਮਾਇਆ ਵਿੱਚ ਵੀ ਤਿੰਨ ਸ਼ਕਤੀਆਂ ਪੈਦਾ ਹੁੰਦੀਆਂ ਨੇ, ਰਜੋਗੁਣ, ਤਮੋਗੁਣ ਤੇ ਸਤੋਗੁਣ, ਜਿਹਨੂੰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਕਹਿੰਦੇ ਆ। ਇਹ ਤ੍ਰੈ ਸ਼ਕਤੀਆਂ ਫਿਰ ਉਹਦੇ ਤੋਂ ਪੈਦਾ ਹੁੰਦੀਆਂ। ਜੇ ਇਸ ਮਾਇਆ ਨੂੰ ਉਸ ਬ੍ਰਹਮ ਤੋਂ ਵੱਖਰਾ ਕਰ ਦਿੱਤਾ ਜਾਏ ਤੇ ਫਿਰ ਇਹ ਜੜ ਹੈ, ਕੁਝ ਨਹੀਂ ਕਰ ਸਕਦੀ। ਤੋ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧਕ ਇਸ ਮਾਇਆ ਨੂੰ ਪਰਮਾਤਮਾ ਤੋਂ ਭਿੰਨ ਕਰਕੇ ਵੇਖਦੇ ਆ। ਜੇ ਮਾਇਆ ਨੂੰ ਵੇਖਣ ਵੀ ਤਾਂ ਇਹਦੇ 'ਚ ਪਰਮਾਤਮਾ ਦੇ ਅਕਸ਼ ਨੂੰ ਵੇਖਦੇ ਆ, ਮਾਇਆ ਨੂੰ ਨਹੀਂ ਵੇਖਦੇ। ਉਹ ਕਹਿੰਦੇ ਇਹਦੇ ਵਿੱਚ ਵੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੀ ਅਕਸ਼ ਹੈ। ਦੂਸਰਾ ਅਰਥ ਹੈ ਅਸਗਾਸ ਉਸਗਾ। ਆ ਜਿਹੜੇ ਸੰਸਾਰ ਦੇ ਜਿਤਨੇ ਜੀਵ ਹਾਂ ਅਸੀਂ, ਸਾਡੇ ਸਾਰੇ ਜੀਵਾਂ ਜਨਤਾ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੀ ਅਕਸ਼ ਹੈ, ਉਸੇ ਦੀ ਚੇਤਨਾ ਵਿਆਪਕ ਹੈ। ਹਰ ਕਾ ਬਾਗਰਾ
ਨਾਟੈ ਪਿੰਧੀ ਮਹਿ ਸਾਗਰਾ। ਇਉਂ ਕਹਿ ਲੋ ਕਿ ਸਾਰਾ ਸੰਸਾਰ ਹਰੀ ਦਾ ਬਾਗ ਹੈ, ਬਗੀਚਾ ਹੈ, ਹਰ ਕਾ ਬਾਗਰਾ। ਇਹ ਸੰਸਾਰ ਹਰੀ ਦਾ ਬਾਗ ਹੈ ਤੇ ਹਰੀ ਇਹਦਾ ਮਾਲੀ ਹੈ। ਇਸ ਬਾਗ ਦਾ ਮਾਲੀ ਅਕਾਲ ਪੁਰਖ ਪਰਮੇਸ਼ਰ ਹੈ। ਇਹ ਹਰੀ ਦਾ ਬਗੀਚਾ ਹੈ ਤੇ ਹਰੀ ਇਹਦੇ ਵਿੱਚ ਇਉਂ ਵਸ ਰਿਹਾ ਹੈ ਜਿਵੇਂ ਨਾਚੈ ਪਿੰਦੀ ਮਹਿ ਸਾਗਰਾ। ਜਿਵੇਂ ਟਿੰਡ ਹੁੰਦੀ ਹੈ ਨਾ ਖੂਹ ਦੇ ਉੱਤੇ, ਜਿੰਨੀਆਂ ਟਿੰਡਾਂ ਹੁੰਦੀਆਂ ਉਹਨਾਂ ਸਾਰਿਆਂ 'ਚ ਪਾਣੀ ਤਾਂ ਇੱਕੋ ਜਿਹਾ ਹੁੰਦਾ, ਟਿੰਡਾਂ ਵੱਖੋ ਵੱਖਰੀਆਂ ਹੁੰਦੀਆਂ। ਏਦਾਂ ਇਹ ਸੰਸਾਰ ਦੇ ਜਿਤਨੇ ਜੀਵ ਨੇ ਵੇਖਣ ਨੂੰ ਵੱਖੋ ਵੱਖਰੇ ਦਿਸਦੇ ਐ, ਪਰ ਪਰਮਾਤਮਾ ਇਹਨਾਂ ਸਾਰਿਆਂ ਵਿੱਚ ਇੱਕੋ ਹੀ ਹੈ ਜਿਹੜਾ ਸਭ ਵਿੱਚ ਵਿਆਪਕ ਹੈ। ਵੇਖਣ ਨੂੰ ਟਿੰਡਾਂ ਵੱਖਰੀਆਂ ਵੱਖਰੀਆਂ ਨੇ ਖੂਹ ਦੀਆਂ, ਪਰ ਉਹਨਾਂ ਸਾਰੀਆਂ ਟਿੰਡਾਂ 'ਚ ਪਾਣੀ ਤਾਂ ਇੱਕੋ ਜਿਹਾ ਹੀ ਹੈ ਨਾ, ਇੱਕੋ ਖੂਹ ਦਾ। ਵੇਖਣ ਨੂੰ ਵੱਖਰੇ ਵੱਖਰੇ ਜੀਵ ਦਿਸਦੇ ਆ, ਕਾਲੇ ਗੋਰੇ ਚਿੱਟੇ ਸਾਵਲੇ, ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਹਿੰਦੂ ਮੁਸਲਮਾਨ ਵੱਖਰੇ ਵੱਖਰੇ ਦਿਸਦੇ ਆ, ਪਰ ਇਹਨਾਂ ਸਾਰਿਆਂ ਵਿੱਚ ਪਰਮਾਤਮਾ ਇੱਕੋ ਹੀ ਹੈ ਜਿਹੜਾ ਸਭ ਵਿੱਚ ਵਰਤ ਰਿਹਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਸਾਰਿਆਂ ਵਿੱਚ ਇੱਕੋ ਹੀ ਹੈ ਜੋ ਸਭ ਵਿੱਚ ਵਰਤ ਰਿਹਾ ਹੈ। ਰਹਾਉ ਨਾਚੰਤੀ ਗੋਪੀ ਜਨਾ। ਇੱਥੇ ਗੋਪੀ ਕਿਹਾ ਸਾਡੀਆਂ ਇੰਦਰੀਆਂ ਨੂੰ। ਨਾਚੰਤੀ ਦਾ ਮਤਲਬ ਹੁੰਦਾ ਚੇਸ਼ਟਾ ਕਰਦੀਆਂ ਨੇ ਸਾਡੀਆਂ ਇੰਦਰੀਆਂ। ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ, ਹੱਥ ਪਕੜਦੇ ਨੇ, ਪੈਰ ਚੱਲਦੇ ਆ। ਇਹ ਇੰਦਰੀਆਂ ਜਿਹੜੀਆਂ ਚੇਤਨਾ ਚੇਸ਼ਟਾ ਕਰ ਰਹੀਆਂ ਨੇ। ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਚੇਤਨਾ ਕਰਕੇ ਚੇਸ਼ਟਾ ਕਰ ਰਹੀਆਂ ਨੇ। ਨਾਚੰਤੀ ਗੋਪੀ ਜੰਨਾ, ਉਹਦੀ ਪ੍ਰੇਰਨਾ ਕਰਕੇ, ਉਸ ਦੀ ਚੇਤਨਾ ਕਰਕੇ ਸਰੀਰ ਦੀਆਂ ਇੰਦਰੀਆਂ ਕਰਮ ਕਰ ਰਹੀਆਂ ਨੇ। ਜੇ ਉਹਦੀ ਚੇਤਨਾ ਨਾ ਰਹੇ ਤਾਂ ਇੰਦਰੀਆਂ ਜੜ ਨੇ। ਇਹਨਾਂ ਦੀ ਚੇਤਨਾ ਚੇਸ਼ਟਾ ਹੋ ਰਹੀ ਹੈ ਤਾਂ ਉਸ ਅਕਾਲ ਪੁਰਖ ਦੀ ਚੇਤਨਾ ਕਰਕੇ। ਨਈਆ ਤੇ ਬੈਰੇ ਕੰਨਾ। ਨਈਆ ਕਹਿੰਦੇ ਨੇ ਨਿਯੰਤਾ ਨੂੰ, ਪ੍ਰੇਰਕ ਨੂੰ। ਪ੍ਰਮਾਤਮਾ ਸਭ ਦਾ ਪ੍ਰੇਰਕ ਹੈ, ਉਹਦੇ ਤੋਂ ਬਾਹਰ ਕੰਨਾ ਕੁਝ ਵੀ ਨਹੀਂ। ਕੰਨਾ ਦਾ ਮਤਲਬ ਕੁਝ ਵੀ ਉਹਦੇ ਤੋਂ ਬਾਹਰ ਨਹੀਂ, ਸਭ ਨੂੰ ਪ੍ਰੇਰਨੇ ਵਾਲਾ ਉਹੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਸੇ ਪੰਕਤੀ ਦੀ ਵਿਆਖਿਆ ਹੈ ਨਈਆ ਤੇ ਬੈਰੇ ਕੰਨਾ। ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਸਭ ਕੁਝ ਉਹਦੇ ਹੁਕਮ ਵਿੱਚ ਆ। ਉਹ ਸਭ ਦਾ ਪ੍ਰੇਰਕ ਹੈ। ਨਈਆ ਕਹਿੰਦੇ ਨੇ ਪ੍ਰੇਰਕ ਨੂੰ, ਨਿਯੰਤਾ ਨਹੀਂ ਕਹਿ ਦਿੰਦੇ ਆਪਾਂ, ਨਿਯੰਤਾ। ਨਈਆ ਨਿਯੰਤਾ ਜਿਹੜਾ ਸਭ ਨੂੰ ਪ੍ਰੇਰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹਦੇ ਤੋਂ ਬਾਹਰ ਕੁਝ ਵੀ ਨਹੀਂ। ਬੈਰੇ ਕੰਨਾ, ਬੈਰੇ ਦਾ ਮਤਲਬ ਬਾਹਰ, ਕੰਨਾ ਦਾ ਮਤਲਬ ਕੁਝ ਵੀ ਨਹੀਂ। ਉਹਦੇ ਤੋਂ ਬਾਹਰ ਕੁਝ ਵੀ ਨਹੀਂ। ਤਰਕ ਨਾ ਚਾਹ। ਐ ਸੱਜਣਾ ਤਰਕ ਨਾ ਕਰੀ, ਤਰਕ ਚ ਨਾ ਪਵੀਂ। ਇਹ ਕਿਵੇਂ ਹੋਇਆ, ਇਹ ਕਿਵੇਂ ਹੋ ਸਕਦਾ? ਕਿਉਂਕਿ ਜੇ ਏਦਾਂ ਸੋਚਦਾ ਰਿਹਾ ਨਾ ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ ਜਿਤ ਰਾਏ ਮੂੰਹ ਮੁਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਤਰਕ ਦੇ ਵਿੱਚ ਹੀ ਨਾ ਪਿਆ ਰਹੀਂ। ਜਿਹੜਾ ਤਰਕ ਕਰਦਾ ਉਹ ਕਿਨਾਰੇ ਤੇ ਹੀ ਖਲੋਤਾ ਰਹਿ ਜਾਂਦਾ। ਜਿਹਨਾਂ ਰਸ ਲੈਣਾ ਹੁੰਦਾ ਉਹ ਡੁੱਬ ਜਾਂਦੇ ਐ। ਤਰਕ ਕਰਨੇ ਵਾਲਾ ਕਿਨਾਰੇ ਤੇ ਹੀ ਰਹਿ ਜਾਂਦਾ। ਉਹ ਸੋਚਦਾ ਹੀ ਰਹਿੰਦਾ ਇਹ ਕਿਵੇਂ ਹੋਇਆ, ਇਹ ਕਿਵੇਂ ਹੋਵੇਗਾ। ਇੱਕ ਗੱਲ ਚੇਤੇ ਰੱਖਿਓ, ਗੁਰੂ ਕੇ ਸਿੱਖ ਨੂੰ ਸਤਿਗੁਰਾਂ ਨੇ ਵਿਵੇਕ ਦਾ ਦਾਨ ਦਿੱਤਾ, ਤਰਕ ਦਾ ਦਾਨ ਨਹੀਂ ਦਿੱਤਾ। ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਚੋਂ ਨਿਤ ਮੰਗਦੇ ਵੀ ਵਿਵੇਕ ਦਾਨ ਆ। ਕਦੇ ਅਰਦਾਸ ਵਿੱਚ ਮੰਗਿਆ ਵੀ ਮਹਾਰਾਜ ਆਪਣੇ ਪੰਥ ਨੂੰ ਬਖਸ਼ੋ ਜੀ ਤਰਕ ਦਾਨ?
ਵਿਵੇਕ ਦਾਨ ਮੰਗਦੇ ਆ ਨਾ, ਵਿਵੇਕ ਦਾ ਮਤਲਬ ਹੁੰਦਾ ਵਿਚਾਰ ਕਰ ਲੈਣੀ, ਤਰਕ ਦਾ ਮਤਲਬ ਹੁੰਦਾ ਮੰਨਣਾ ਹੀ ਨਾ। ਇਹ ਹੋ ਹੀ ਨਹੀਂ ਸਕਦਾ, ਇਹ ਹੋ ਹੀ ਨਹੀਂ ਸਕਦਾ। ਕਿਵੇਂ ਗੂੰਗਾ ਬੋਲ ਸਕਦਾ? ਤਰਕ ਕਰਨ ਵਾਲੇ ਤਾਂ ਇਹ ਵੀ ਤਰਕ ਕਰਦੇ ਆ। ਕਿਵੇਂ ਪਿੰਗਲਾ ਟੁਰ ਸਕਦਾ ਹੈ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ? ਤਰਕ ਕਰਨ ਵਾਲਾ ਤਾਂ ਇਹ ਤਰਕ ਕਰਦਾ ਨਾ, ਪਰ ਭਾਵਨਾ ਵਾਲਾ ਕਹਿੰਦਾ ਇਹ ਸਭ ਕੁਝ ਹੋ ਸਕਦਾ। ਜੇ ਗੁਰੂ ਰਾਮਦਾਸ ਨੂੰ ਭਾਵੇ ਤਾਂ ਹੋ ਸਕਦਾ, ਜੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਭਾਵੇ ਤੇ ਗੂੰਗਾ ਬੋਲ ਸਕਦਾ। ਤਰਕ ਨਾ ਚਾਹ, ਤਰਕ ਚ ਨਾ ਪਵੀ ਬਈ। ਹਾਂਜੀ, ਭ੍ਰਮੀਆਂ ਚਾਰ। ਜੇ ਤਰਕ ਕਰੇਗਾ ਤੇ ਭਰਮ ਚ ਹੀ ਰਹੇਗਾ, ਭਰਮ ਦਾ ਹੀ ਰਹੇਗਾ। ਕਦੇ ਕਿਹੜੀ ਜੂਨੀ, ਕਦੇ ਕਿਹੜੀ ਜੂਨੀ। ਭਰਮੀਆਂ ਚਾ, ਭਰਮ ਚ ਹੀ ਪਿਆ ਰਵੇਗਾ। ਕਈਆਂ ਦਾ ਸੁਭਾਅ ਹੀ ਇਹ ਹੁੰਦਾ, ਹਰ ਗੱਲ ਤੇ ਕੋਈ ਨਾ ਕੋਈ ਕਿੰਤੂ ਕਰਨਾ, ਤਰਕ ਕਰਨਾ। ਇੱਕ ਨਗਰ ਦੇ ਵਿੱਚ ਹਰ ਮਹੀਨੇ ਲੋਕ ਕੋਈ ਨਾ ਕੋਈ ਜੋੜ ਮੇਲਾ ਬਣਾਉਂਦੇ ਕਰਦੇ। ਉਸੇ ਨਗਰ ਦੇ ਵਿੱਚ ਇੱਕ ਪੁਰਸ਼ ਸੀ, ਉਹਨੇ ਕਦੇ ਕਹਿਣਾ ਤੁਸੀਂ ਟੈਂਟ ਸਹੀ ਨਹੀਂ ਲਾਏ, ਕਦੇ ਕਹਿਣਾ ਸਪੀਕਰ ਸਹੀ ਨਹੀਂ ਸੀ, ਕਦੇ ਕਹਿਣਾ ਤੁਸੀਂ ਇਹ ਲੰਗਰ ਦਾ ਪ੍ਰਸ਼ਾਦੇ ਦਾ ਪ੍ਰਬੰਧ ਸਹੀ ਨਹੀਂ ਕੀਤਾ, ਕਦੇ ਕਹਿਣਾ ਤੁਸੀਂ ਜਿਹੜੇ ਗਵਈਏ ਸੱਦੇ ਸੀ ਇਹ ਸਹੀ ਨਹੀਂ ਸਨ, ਕਦੇ ਕਹਿਣਾ ਟਾਟ ਚੰਗੇ ਨਹੀਂ ਸੀ, ਮੈਟ ਚੰਗੇ ਨਹੀਂ ਸੀ। ਲੋਕ ਬੜੇ ਪਰੇਸ਼ਾਨ। ਹਰ ਮਹੀਨੇ ਉਹਨਾਂ ਨੇ ਆਪਣੇ ਵੱਲੋਂ ਵਧੀਆ ਕਰਨ ਦਾ ਯਤਨ ਕਰਨਾ, ਇਹਨੇ ਫਿਰ ਕੋਈ ਨਾ ਕੋਈ ਜਾ ਕੇ ਕਮੀ ਪੇਸ਼ੀ ਕੱਢ ਹੀ ਦੇਣੀ। ਇੱਕ ਦਿਨ ਨਗਰ ਵਾਲਿਆਂ ਨੇ ਆਖਿਆ ਵੀ ਆਪਾਂ ਕਿਉਂ ਨਾ ਇਦਾਂ ਕੰਮ ਕਰੀਏ ਵੀ ਸਾਰਾ ਕੁਝ ਇਹਨੂੰ ਹੀ ਸੌਂਪ ਦਈਏ, ਵੀ ਤੂੰ ਹੀ ਕਰ, ਇਹਨੂੰ ਬਣਾ ਦਈਏ ਲਾਣੇਦਾਰ, ਵੀ ਤੂੰ ਹੀ ਕਰ ਲੈ। ਕਹਿਣ ਲੱਗੇ ਪਿੰਡ ਵਾਲੇ ਕਿ ਮਹਾਰਾਜ ਇਸ ਵਾਰ ਤੁਸੀਂ ਕਰੋ ਸਾਰਾ ਜੋੜ ਮੇਲਾ। ਕਹਿੰਦਾ ਜੀ ਠੀਕ ਹੈ। ਇਹਨੇ ਆਪਣੀ ਮਰਜ਼ੀ ਦਾ ਹੀ ਸਭ ਕੁਝ ਕੀਤਾ, ਜੋ ਜੋ ਕਿਸੇ ਨੂੰ ਕਹਿੰਦਾ ਰਿਹਾ ਲੋਕਾਂ ਨੇ ਉਦਾਂ ਹੀ ਕੀਤਾ, ਕਿਸੇ ਨੇ ਇਹਦੇ ਕਹੇ ਤੇ ਕਿੰਤੂ ਨਹੀਂ ਕੀਤਾ ਵੀ ਤੂੰ ਜਿਵੇਂ ਕਰਾ ਰਿਹਾ ਠੀਕ ਹੈ। ਕਿਸੇ ਨੇ ਕੋਈ ਸਲਾਹ ਨਹੀਂ ਦਿੱਤੀ, ਜਿਹੋ ਜਿਹੋ ਜਿਹਾ ਕਾਬੇ ਨੇ ਕਿਹਾ ਸਭ ਨੇ ਉਸੇ ਤਰ੍ਹਾਂ ਮੰਨ ਕੇ ਕਰ ਲਿਆ। ਜਦੋਂ ਸਾਰਾ ਜੋੜ ਮੇਲਾ ਸੰਪੰਨ ਹੋ ਗਿਆ ਤੇ ਸ਼ਾਮ ਨੂੰ ਕਹਿੰਦਾ ਕੋਈ ਇੰਨਾ ਵੀ ਵਧੀਆ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਵੀ ਕੋਈ ਕਮੀ ਨਿਕਲੇ ਹੀ ਨਾ। ਫਿਰ ਵੀ ਕਮੀ ਕੱਢ ਹੀ ਦਿੱਤੀ। ਕਹਿੰਦਾ ਇੰਨਾ ਵਧੀਆ ਸਮਾਗਮ ਵੀ ਨਹੀਂ ਹੋਣਾ ਚਾਹੀਦਾ ਵੀ ਕੋਈ ਕਮੀ ਨਿਕਲੇ ਹੀ ਨਾ। ਕਹਿੰਦਾ ਮਨ ਨੂੰ ਖੁਸ਼ੀ ਜੀ ਨਹੀਂ ਹੋਈ। ਅੱਗੇ ਜਦੋਂ ਤੁਸੀਂ ਕਰਾਉਂਦੇ ਹੋ ਕੋਈ ਨਾ ਕੋਈ ਮਨ ਨੂੰ ਤਸੱਲੀ ਹੁੰਦੀ ਹੈ ਵੀ ਜਦੋਂ ਕੋਈ ਕਮੀ ਨਿਕਲਦੀ ਹੈ, ਕੋਈ ਖਾਮੀ ਦਿਸਦੀ ਹੈ। ਤੋ ਜਿਹਦੀ ਤਰਕ ਵਾਲੀ ਬਿਰਤੀ ਆ ਉਹਨੇ ਆਪਣੀ ਤਰਕ ਦੇ ਮੰਡਲ ਦੇ ਵਿੱਚ ਹੀ ਵਿਚਰਨਾ ਹੁੰਦਾ, ਉਹ ਰਸ ਨਹੀਂ ਲੈਂਦੇ। ਉਹਨਾਂ ਨੇ ਤਾਂ ਮਾਫ ਕਰਨਾ। ਗੁਰੂ ਘਰ ਦੀ ਹਦੂਦ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਸੋਚਣ ਲੱਗ ਪੈਣਾ ਵੀ ਪਹਿਰੇਦਾਰ ਦਾ ਮੂੰਹ ਕਿੱਧਰ ਹੈ, ਇਹਨੇ ਬਰਛਾ ਸਹੀ ਫੜਿਆ ਕਿ ਨਹੀਂ ਫੜਿਆ। ਰਾਗੀ ਸਿੰਘਾਂ ਨੇ ਆ ਕੇ ਫਿਰ ਗਲੇ ਵਿੱਚ ਵੇਖਣਾ ਵੀ ਇਹਨਾਂ ਨੇ ਸਰੋਪੇ ਸਹੀ ਤਰੀਕੇ ਨਾਲ ਪਾਏ, ਪੱਗਾਂ ਦੇ ਰੰਗ ਇੱਕੋ ਜਿਹੇ ਹੈਣ ਕਿ ਨਹੀਂ, ਮੈਟ ਸਹੀ ਵਿਛਿਆ, ਕਿਤੇ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਵਾਲਾ ਡੁੱਲਾ ਤਾਂ ਨਹੀਂ ਸੱਜੇ ਖੱਬੇ ਪਿਆ, ਜਿਵੇਂ ਕਿਤੇ ਕੋਈ ਨਿਗਰਾਨੀ ਕਰਨ ਨਹੀਂ ਆਉਂਦੇ, ਉਹ ਰਸ ਲੈਣ ਨਹੀਂ ਆਉਂਦੇ, ਉਹ ਤਰਕ ਮੰਡਲ ਦੇ ਵਿੱਚ ਹੀ ਰਹਿੰਦੇ। ਜਿਨ੍ਹਾਂ ਰਸ ਲੈਣਾ ਉਹਨਾਂ ਨੇ ਸ਼ਬਦ ਹੋ ਰਿਹਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ, ਉਹਦੇ ਵਿੱਚ ਆ ਕੇ ਜੁੜ ਜਾਣਾ। ਤਰਕ ਮੰਡਲ ਦੇ ਵਿੱਚ ਵਿਚਰਨ ਵਾਲੇ ਨੇ ਹਮੇਸ਼ਾ ਤਰਕ ਹੀ ਕਰਨੀ, ਉਹ ਭਰਮ ਦਾ ਹੀ ਰਹੇਗਾ, ਉਹ ਰਸ ਨਹੀਂ ਲੈ ਸਕੇਗਾ। ਜਿਨ੍ਹਾਂ ਰਸ ਲੈਣਾ ਉਹ ਤਰਕ ਨਹੀਂ ਕਰਦੇ। ਹਾਂਜੀ, ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ। ਇਹ ਭਾਈ ਉਸ ਕੇਸ਼ਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਬਚਾਉਣੀ ਬਚਨ ਹਨ, ਹੇ ਭਾਈ ਉਹਨਾਂ ਬਚਨਾਂ ਵਿੱਚ ਆ, ਉਹਨਾਂ ਨੂੰ ਮਈਏ ਮਨਨ ਕਰ, ਕਿਉਂਕਿ ਅਕਾਲ ਪੁਰਖ ਦੇ ਬਚਨਾਂ ਦੇ ਵਿੱਚ ਇਹ ਪ੍ਰਤੀਤ ਕਰ
ਕਿ ਉਹ ਕਹਿੰਦਾ ਵੀ ਮੈਂ ਹੀ ਆ ਸਾਰਿਆਂ ਵਿੱਚ, ਏਕ ਆਨ ਜੀਓ, ਇੱਕ ਮੈਂ ਹੀ ਆ ਸਾਰਿਆਂ ਵਿੱਚ, ਸਭ ਵਿੱਚ ਮੇਰੀ ਹੀ ਚੇਤਨਾ ਹੈ, ਸਭ ਵਿੱਚ ਮੈਂ ਹੀ ਵਰਤ ਰਿਹਾ ਹਾਂ। ਪਿੰਧੇ ਉਭ ਕਲੇ ਸੰਸਾਰਾ। ਹੁਣ ਬੇਨਤੀ ਹੋ ਰਹੀ ਹੈ ਕਿ ਜਿਵੇਂ ਟਿੰਡਾਂ ਹੁੰਦੀਆਂ ਨੇ ਨਾ, ਖੂਹ ਦੇ ਵਿੱਚ ਪਾਣੀ ਨਾਲ ਭਰਦੀਆਂ ਨੇ, ਉੱਪਰ ਆਉਂਦੀਆਂ ਖਾਲੀ ਹੁੰਦੀਆਂ, ਫਿਰ ਥੱਲੇ ਜਾਂਦੀਆਂ ਭਰਦੀਆਂ ਨੇ, ਫਿਰ ਉੱਪਰ ਆ ਕੇ ਖਾਲੀ ਹੁੰਦੀਆਂ, ਏਦਾਂ ਹਲਟ ਗਿੜਦੀ ਰਹਿੰਦੀ ਹੈ ਤੇ ਟਿੰਡਾਂ ਉੱਪਰ ਥੱਲੇ ਆਉਂਦੀਆਂ ਰਹਿੰਦੀਆਂ। ਹੇ ਵਾਹਿਗੁਰੂ, ਨਾ ਟਿੰਡਾਂ ਵਾਂਗੂ ਅਸੀਂ ਸਵਾਸਾਂ ਨਾਲ ਭਰਦੇ ਆਂ, ਖਾਲੀ ਕਰਦੇ ਆਂ ਸਵਾਸ, ਮਰ ਜਾਈਦਾ, ਮੁੜ ਕੇ ਫਿਰ ਸਵਾਸ ਲੈ ਕੇ ਜੰਮੀਦਾ, ਉਹ ਸਵਾਸ ਫਿਰ ਮੁੱਕਦੇ ਆ, ਫਿਰ ਮਰ ਜਾਈਦਾ। ਇਹ ਆਵਾਗਾਉਣ ਦਾ ਚੱਕਰ ਵਾਹਿਗੁਰੂ ਸਾਡੇ ਪੱਲੇ ਪਿਆ ਹੋਇਆ। ਉਹਨਾਂ ਖੂਹ ਦੀਆਂ ਟਿੰਡਾਂ ਵਾਂਗੂ ਹੈ ਪ੍ਰਭੂ ਅਸੀਂ ਇਹ ਸੰਸਾਰ ਵਿੱਚ ਭਰਮ ਰਹੇ ਹਾਂ। ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਇਹ ਮੇਰੇ ਰੱਬ ਜੀ ਹੁਣ ਭਰਮ ਭਰਮ ਕੇ ਥੱਕ ਗਏ ਆ ਤੇ ਹੁਣ ਤੁਹਾਡੇ ਦੁਆਰ ਤੇ ਆ ਗਏ। ਥੱਕ ਆਏ ਪ੍ਰਭ ਕੀ ਸਾਮ, ਚਾਰ ਕੁੰਟ ਦਹ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ ਹੁਣ ਥੱਕ ਕੇ ਹਾਰ ਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਪਏ ਹਾਂ। ਅਬ ਹਮ ਚਲੇ ਠਾਕੁਰ ਪਹਾਰ, अब हम चली ठाकुर पहार, 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 अब हम चले ठाकुर पहार, अब हम चली ठाकुर पहार, अब हम चली ठाकुर पहार। भ्रम भ्रम आए तुम चे द्वारा। महाराज भ्रम भ्रम के हार के ਅਸੀਂ ਤੁਹਾਡੇ ਦੁਆਰ ਦੀ ਸ਼ਰਨ ਆ ਪਏ ਹਾਂ। ਤੂੰ ਕੌਣ ਰੇ? ਅੱਗੋਂ ਆਵਾਜ਼ ਆਈ, ਉਹ ਮੇਰੇ ਦੁਆਰ ਤੇ ਆਇਆ ਬੰਦਿਆ ਤੂੰ ਕੌਣ ਹੈ? ਵਾਹਿਗੁਰੂ ਜੀ ਅੱਗੋਂ ਪੁੱਛਦੇ ਐ, ਤੂੰ ਕੌਣ ਰੇ, ਤੂੰ ਕੌਣ ਹੈ? ਮੈਂ ਜੀ ਨਾਮਾ। ਮੈਂ ਜੀ ਨਾਮਾ ਹਾਂ ਜੀ, ਮੈਂ ਨਾਮਦੇਵ ਹਾਂ ਜੀ। ਪਰਮਾਤਮਾ ਨਾਲ ਗੱਲਾਂ ਹੁੰਦੀਆਂ ਭਗਤਾਂ ਦੀਆਂ, ਕਲਪਨਾ ਵਾਲੀਆਂ ਨਹੀਂ। ਅਸੀਂ ਤਾਂ ਕਲਪਨਾ ਵਿੱਚ ਹੀ ਰੱਬ ਨੂੰ ਕਲਪ ਕੇ ਤੇ ਕਲਪਨਾ ਨਾਲ ਹੀ ਗੱਲਾਂ ਕਰਦੇ ਆ ਨਾ। ਰੱਬ ਦੇ ਪਿਆਰੇ ਪ੍ਰਤੱਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖ ਕੇ ਉਹਦੇ ਨਾਲ ਗੱਲਾਂ ਕਰਦੇ। ਕੌਣ ਹੈ ਬਈ? ਮਹਾਰਾਜ ਜੀ ਮੈਂ ਨਾਮਾ ਹਾਂ। ਹਾਂਜੀ। ਹੋ ਜੀ। ਹੋ ਜੀ, ਹੈ ਰੱਬ ਜੀ। ਹੋ ਜੀ ਦਾ ਮਤਲਬ ਹੈ ਰੱਬ ਜੀ ਮੈਂ ਨਾਮਾ ਹਾਂ। ਹਾਂ ਬਈ ਦੱਸ ਕੀ ਚਾਹੀਦਾ ਤੈਨੂੰ, ਕੀ ਮੰਗਦਾ ਤੂੰ ਜੇ ਮੇਰੇ ਦਰ ਤੇ ਆਇਆ ਹੈ? ਤਾਂ ਅਖੀਰਲੀ ਪੰਕਤੀ ਚ ਬੇਨਤੀ ਕਰਕੇ ਮੰਗਦੇ ਹਨ। ਆਲਾ ਤੇ ਨਿਵਾਰਣਾ ਜਾਮ ਕਾਰਣਾ। ਵਾਹਿਗੁਰੂ ਜੀ ਕਿਰਪਾ ਕਰੋ, ਇਹ ਸੰਸਾਰ ਰੂਪੀ ਆਲੇ ਤੋਂ ਮੈਨੂੰ ਬਚਾਓ, ਜਨਮ ਮਰਨ ਤੋਂ, ਤੇ ਜੰਮਾਂ ਦੀ ਖੁਰਾਕ ਨਾ ਬਣਨਾ ਪਏ, ਮੇਰੇ ਤੇ ਤਰਸ ਕਰੋ। ਮਹਾਰਾਜ ਜੰਮ ਨਾ ਮੈਨੂੰ ਆ ਕੇ ਗਰਸਣ ਤੇ ਜਨਮ ਮਰਨ ਦੇ ਚੱਕਰਾਂ ਵਿੱਚ ਮੈਂ ਨਾ ਭਟਕਾਂ, ਮੇਰੇ ਤੇ ਇਹ ਤਰਸ ਕਰੋ। ਮਹਾਰਾਜ ਮੈਂ ਨਾਮਾ ਤੁਹਾਡੀ ਸ਼ਰਨ ਵਿੱਚ ਆ, ਤੁਹਾਡੀ ਪਨਾਹ ਵਿੱਚ ਆ। ਇਹ ਭਗਤ ਨਾਮਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਹਨ।